ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਰੀਤ ਕੌਰ ਨਿਊਜ਼ TV 84 ਦੇ ਨਾਲ। ਵੀਅਰਸ, ਪਿਛਲੇ ਕੁਝ ਦਿਨਾਂ ਤੋਂ ਸਾਡਾ ਫੋਕਸ ਪਿੰਕੀ ਕੈਟ ਦੇ ਖੁਲਾਸੇ ਤੇ ਹੈ, ਜਿਸ ਨੇ ਸਿੱਖ ਨੌਜਵਾਨਾਂ ਦੇ ਝੂਠੇ ਪੁਲਿਸ ਮੁਕਾਬਲਿਆਂ ਦਾ ਇੰਕਸ਼ਾਫ ਕੀਤਾ ਸੀ, ਜਿਸ ਵਿੱਚ ਉਸਨੇ ਸੁਮੇਧ ਸੈਣੀ ਅਤੇ ਹੋਰ ਪੁਲਿਸ ਅਧਿਕਾਰੀਆਂ ਦੇ ਨਾਮ ਵੀ ਲਿੱਤੇ। ਵੀਅਰਸ, ਇਸ ਸੱਚ ਨੂੰ ਉਜਾਗਰ ਕਰਨ ਅਤੇ ਦੋਸ਼ੀਆਂ ਨੂੰ ਸਜ਼ਾਵਾਂ ਦਿਵਾਉਣ ਦੇ ਮੰਤਵ ਦੇ ਨਾਲ ਦਲ ਖਾਲਸਾ ਨੇ ਯੂਰਪੀਅਨ ਪਾਰਲੀਮੈਂਟ ਅਤੇ ਸੰਯੁਕਤ ਰਾਸ਼ਟਰ ਨੂੰ ਕਿਹਾ ਹੈ ਕਿ ਉਹ ਅੰਤਰਰਾਸ਼ਟਰੀ ਜਾਂਚ ਕਮਿਸ਼ਨ ਦਾ ਗਠਨ ਕਰਨ ਤਾਂ ਜੋ ਪੁਲਿਸ ਕੈਟ ਗੁਰਮੀਤ ਸਿੰਘ ਪਿੰਕੀ ਵੱਲੋਂ ਕੀਤੇ ਗਏ ਖੁਲਾਸਿਆਂ ਦੀ ਰੋਸ਼ਨੀ ਦੇ ਵਿੱਚ ਪੁਲਿਸ ਅਤੇ ਸੁਰੱਖਿਆ ਦਸਤਿਆਂ ਵੱਲੋਂ ਗੈਰ ਕਾਨੂੰਨੀ ਢੰਗ ਦੇ ਨਾਲ ਤਸ਼ੱਦਦ ਤੋਂ ਬਾਅਦ ਫਰਜ਼ੀ ਮੁਕਾਬਲਿਆਂ ਵਿੱਚ ਮਾਰੇ ਗਏ ਸਿੱਖਾਂ ਦੀ ਕੋਰੀ ਸੱਚਾਈ ਸਾਹਮਣੇ ਆ ਸਕੇ। ਦਲ ਖਾਲਸਾ ਦੇ ਸੀਨੀਅਰ ਮੈਂਬਰ ਪ੍ਰਿਤਪਾਲ ਸਿੰਘ ਸਵਿਟਜ਼ਰਲੈਂਡ ਅਤੇ ਗੁਰਦਿਆਲ ਸਿੰਘ ਨੇ ਮਿਸਟਰ ਅਫਜ਼ਲ ਖਾਨ, ਜੋ ਸੁਰੱਖਿਆ ਅਤੇ ਡਿਫੈਂਸ ਕਮੇਟੀ ਦੇ ਵਾਈਸ ਚੇਅਰਮੈਨ ਹਨ, ਨਾਲ ਯੂਰਪੀਅਨ ਪਾਰਲੀਮੈਂਟ ਦੇ ਹੈੱਡ ਆਫਿਸ ਦੇ ਵਿੱਚ ਮੁਲਾਕਾਤ ਕੀਤੀ ਅਤੇ ਉਹਨਾਂ ਦੇ ਨਾਲ ਪੰਜਾਬ ਦੀ ਸਥਿਤੀ, ਖਾਸ ਕਰਕੇ ਮਨੁੱਖੀ ਅਧਿਕਾਰਾਂ ਦੇ ਲਗਾਤਾਰ ਹੋ ਰਹੇ ਘਾਣ ਸੰਬੰਧੀ ਗੱਲਬਾਤ ਕੀਤੀ। ਸੋ ਅੱਜ ਅਸੀਂ ਦਲ ਖਾਲਸਾ ਜਥੇਬੰਦੀ ਦੇ ਜਨਰਲ ਸਕੱਤਰ ਸਰਦਾਰ ਸਰਬਜੀਤ ਸਿੰਘ ਕੁਮਾਰ ਜੀ ਨਾਲ ਗੱਲਬਾਤ ਕਰਾਂਗੇ ਅਤੇ ਲਵਾਂਗੇ ਇਸ ਮੀਟਿੰਗ ਦੇ ਹੋਰ ਵੇਰਵੇ, ਜਿਹੜੇ ਕਿ ਇਸ ਵੇਲੇ ਅੰਮ੍ਰਿਤਸਰ ਤੋਂ ਸਾਡੇ ਨਾਲ ਫੋਨ ਲਾਈਨ ਤੇ ਜੁੜ ਚੁੱਕੇ ਨੇ। ਜੀ ਵੀਰ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਜੀ ਵੀਰ ਜੀ, ਇਸ ਮੀਟਿੰਗ ਬਾਰੇ ਗੱਲਬਾਤ ਕਰਨ ਤੋਂ ਪਹਿਲਾਂ ਅਸੀਂ ਤੁਹਾਡੇ ਪਰਸਨਲ ਵਿਊਜ਼ ਲੈਣਾ ਚਾਹਾਂਗੇ। ਜਿਹੜੇ ਪਿੰਕੀ ਨੇ ਖੁਲਾਸਾ ਕੀਤਾ ਹੈ, ਇਸ ਨੂੰ ਤੁਸੀਂ ਕਿਵੇਂ ਵੇਖਦੇ ਹੋ? ਦੇਖੋ, ਜਿਹੜਾ ਪਿੰਕੀ ਆ ਜੀ, ਇਹ ਜਿਹੜਾ 1988-99 ਦੇ ਵਿੱਚ ਅਸੀਂ ਲੁਧਿਆਣੇ ਜਦੋਂ ਵਿਚਰਦੇ ਸੀਗੇ ਜੀ, ਤਾਂ ਉਦੋਂ ਇਸ ਵਿਅਕਤੀ ਦੇ ਚਰਚੇ ਜਿਹੜੇ ਸੀ ਇਹ ਹੁੰਦੇ ਸੀ। ਇਹ ਅਸਲ ਵਿੱਚ ਇੱਥੇ ਇੱਕ ਹਿੱਟ ਸਕੁਐਡ ਜਿਹੜੇ ਬਣੇ ਸੀ ਪੰਜਾਬ 'ਚ, ਕਾਤਲ ਦਸਤੇ ਜੀ, ਜਿਹੜਾ ਲੁਧਿਆਣੇ ਦੇ ਵਿੱਚ ਕਾਤਲ ਦਸਤਾ ਸੀਗਾ, ਉਹਦਾ ਇਹ ਹੈੱਡ ਸੀਗਾ, ਇਹ ਪੁਲਿਸ ਵਿੱਚ ਸੀਗਾ ਜੀ। ਤੇ ਇਹ ਪੁਲਿਸ ਵਾਲਿਆਂ ਨੇ ਇਹਨੂੰ ਮਤਲਬ ਸੈਣੀ ਹੋਣਾ ਨੇ ਤੇ ਹੋਰ ਅਫਸਰਾਂ ਨੇ ਜਿਹੜਾ ਇੱਕ ਲੁਧਿਆਣੇ ਦੇ ਵਿੱਚ ਬਹੁਤ ਸਾਰੇ ਜਿਹੜੇ ਇਹਨਾਂ ਨੇ ਬਣਾਏ ਸੀਗੇ, ਉਹਦਾ ਹੈੱਡ ਬਣਾਤਾ। ਔਰ ਇੱਕ ਮਾਰ ਮੰਡੀ ਤੇ ਲੁਧਿਆਣੇ ਦੀ ਯੂਨੀਵਰਸਿਟੀ PAU ਦੇ ਵਿੱਚ ਤੇ ਹੋਰ ਆਲੇ ਦੁਆਲੇ ਪਿੰਡਾਂ ਦੇ ਵਿੱਚ ਇਹ ਗੱਡੀਆਂ ਲੈ ਕੇ ਕਾਲੇ ਸ਼ੀਸ਼ੇ ਵਾਲੀਆਂ ਫਿਰਦੇ ਰਹਿੰਦੇ ਸੀ। ਜਿੱਥੇ ਵੀ ਕੋਈ ਸਿੱਖ ਨੌਜਵਾਨ ਮਿਲਦਾ ਸੀਗਾ ਉਹਨੂੰ ਚੁੱਕ ਕੇ ਲੈ ਜਾਂਦੇ ਸੀ ਤੇ ਮਾਰਦੇ ਹੁੰਦੇ ਸੀ ਜੀ। ਤੇ CS ਸਟਾਫ ਦੇ ਵਿੱਚ ਲਿਜਾ ਕੇ ਇਹਨਾਂ ਨੇ ਬੜਾ ਜ਼ੁਲਮ ਕੀਤਾ, ਲੋਕਾਂ ਦੇ ਬੜੇ ਇੱਥੇ ਮਾਰਿਆ ਕੀਤਾ। ਫਿਰ ਚਲੋ ਇਹਨੇ ਜਿਹੜਾ ਕੁਝ ਹੁਣ ਦੱਸਿਆ ਉਹਦੇ ਵਿੱਚੋਂ ਆਪਣੀ ਕੌਮ ਨੂੰ, ਖਾਸ ਤੌਰ ਤੇ ਜਿਹੜੇ ਉਸ ਦੌਰ ਦੇ ਵਿੱਚ ਜਿੰਨੇ ਵੀ ਲੋਕ ਜਿਉਂਦੇ ਨੇਗੇ ਉਸ ਦੌਰ ਦੇ, ਉਹਨਾਂ ਸਾਰਿਆਂ ਨੂੰ ਕਿਸੇ ਨੂੰ ਭੁਲੇਖਾ ਨਹੀਂ ਕਿ ਇਹ ਸਾਰਾ ਕੁਝ ਹੋਇਆ। ਔਰ ਬਾਹਲੀਆਂ ਘਟਨਾਵਾਂ ਜਿਹੜੀਆਂ ਸੀਗੀਆਂ ਜੀ ਉਹਨਾਂ ਬਾਰੇ ਮੋਟਾ ਜਿਹਾ ਤਾਂ ਤਕਰੀਬਨ ਸਭ ਨੂੰ ਪਤਾ ਸੀ। ਕਈ ਗੱਲਾਂ ਦਾ ਜਿਹੜਾ ਐਂਡ ਸੀਗਾ ਨਾ, ਉਹ ਇਸ ਗੱਲ ਦੇ ਬਹਾਨੇ, ਪਿੰਕੀ ਦੇ ਬਹਾਨੇ ਸਾਹਮਣੇ ਆਇਆ। ਜਿਵੇਂ ਗੁਰਮੁਖ ਸਿੰਘ ਨਾਗੋਕੇ ਆ ਜਿਹੜਾ ਜੀ, ਉਹਦੇ ਬਾਰੇ ਜਿਹੜੇ ਤੱਥ ਹੁਣ ਇਹਨੇ ਰਿਵੀਲ ਕੀਤੇ ਨੇ, ਜਾਂ ਹੋਰ ਸਿੰਘਾਂ ਬਾਰੇ ਜਿਹੜੇ ਬਹੁਤ ਮਤਲਬ ਨਵੀਆਂ ਗੱਲਾਂ ਸਾਹਮਣੇ ਆਈਆਂ ਰਹੀਆਂ ਵੀ ਐਂਡ ਉਹਨਾਂ ਦਾ ਏਦਾਂ ਹੋਇਆ ਸੀ, ਕਿਉਂਕਿ ਜਿਹੜਾ ਕੁਛ ਉਦੋਂ ਪੁਲਿਸ ਰਿਪੋਰਟਾਂ ਦੇ ਰਾਹੀਂ ਲੋਕਾਂ ਨੂੰ ਪਤਾ ਲੱਗਿਆ ਸੀ ਉਹਨਾਂ ਕੀ ਪਤਾ ਸੀ। ਬਿਲਕੁਲ। ਤੇ ਹੁਣ ਪਿੰਕੀ ਇਸ ਟਾਈਮ ਬਾਗੀ ਹੋਇਆ ਹੈ ਆਪਦੇ ਬੌਸਸ ਤੋਂ, ਨਾਰਾਜ਼ ਆ ਸਿਸਟਮ ਤੋਂ, ਤੇ ਹੁਣ ਉਹ ਇਹਦੇ ਬਹਾਨੇ ਆਪਾਂ ਜਿਹੜੇ ਹੋਰ ਇਸ ਤਰ੍ਹਾਂ ਦੇ ਕਾਤਲ ਨੇਗੇ ਉਹ ਵੀ ਸੋਚਦੇ ਹੋਣੇ ਆ ਕਿ ਸਾਨੂੰ ਵੀ ਇਸੇ ਤਰੀਕੇ ਨਾਲ ਵਰਤਿਆ ਗਿਆ। ਤੇ ਹੁਣ ਉਹ ਸਮਾਂ ਜਿਹੜਾ ਹੈਗਾ ਦਿਨੋਂ ਦਿਨ ਨੇੜੇ ਆਉਂਦਾ ਜਾਂਦਾ, ਕਿਉਂਕਿ ਉਹ ਕਾਤਲ ਜਿਨ੍ਹਾਂ ਨੇ ਬੇਦਰਦੀ ਨਾਲ ਸਿੱਖਾਂ ਦਾ ਘਾਣ ਕੀਤਾ ਉਦੋਂ ਜੀ, ਪਿੰਕੀ ਵਰਗੇ, ਹੁਣ ਉਹ ਸਾਰੇ ਹੀ ਜਿਹੜੇ ਨੇਗੇ ਵੱਡੀ ਉਮਰ 'ਚ ਹੁੰਦੇ ਜਾ ਰਹੇ ਹੋਣੇ ਆ ਤੇ ਰੋਂਦੇ ਕਲਪਦੇ ਹੋਣੇ ਆ। ਉਹਨਾਂ ਦੇ ਨਿਆਣਿਆਂ ਬੱਚਿਆਂ ਦੇ ਸਾਹਮਣੇ, ਪਰਿਵਾਰ ਦੇ ਸਾਹਮਣੇ, ਆਪਦੀ ਜ਼ਮੀਰ ਦੇ ਸਾਹਮਣੇ ਖੜਨਾ ਔਖਾ ਹੋ ਗਿਆ। ਆਪਦੇ ਪਾਪਾਂ ਦਾ ਭਾਰ ਜਿਹੜਾ ਹੈਗਾ ਉਹਨੂੰ ਚੱਕਣਾ ਬੜਾ ਔਖਾ ਹੁੰਦਾ ਜਾ ਰਿਹਾ। ਉਹ ਜਿਵੇਂ ਪਿੰਕੀ ਜਿਹੜੀ ਆ ਨਵੀਂ ਇੱਕ ਸਪੋਕਸਮੈਨ ਅਖਬਾਰ ਵਾਲੇ ਨਾਲ ਇਹਨੇ ਇੰਟਰਵਿਊ ਕੀਤੀ, ਉਹ 'ਚ ਜਿਵੇਂ ਰੋ ਰਿਹਾ ਨਾ ਵੀ ਮੇਰਾ ਜਦੋਂ ਮੇਰੇ ਬੱਚੇ ਰੋਂਦੇ ਹੁੰਦੇ ਸੀ ਜਦੋਂ ਮੈਂ ਜੇਲ੍ਹ ਨੂੰ ਜਾਣਾ ਹੁੰਦਾ ਸੀ। ਤਾਂ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਲੱਗੀਆਂ ਜਦੋਂ ਅਸੀਂ ਇਮੋਸ਼ਨਲ ਲੈਵਲ ਤੇ ਦੇਖਦੇ ਹਾਂ ਜਾਂ ਸਾਡੀ ਕੌਮ ਦੇ ਹਿਸਾਬ ਨਾਲ ਦੇਖਦੇ ਹਾਂ, ਉਦੋਂ ਮਤਲਬ ਇਹ ਗੱਲ ਸਾਨੂੰ ਉਹ ਦਰਦ ਚੇਤੇ ਹੁੰਦੇ ਜਿਹੜੇ ਅਸੀਂ ਸਾਰਿਆਂ ਨੇ ਪੰਜਾਬ ਦੇ ਲੋਕਾਂ ਨੇ ਹੰਢਾਏ ਨੇ, ਔਰ ਜੋ ਦਰਦ ਇਹਨਾਂ ਨੇ ਦਿੱਤਾ ਜੀ। ਇਸ ਤਰ੍ਹਾਂ ਦੇ ਪਿੰਕੀ ਵਰਗੇ ਹੋਰ ਬਹੁਤ ਸਾਰੇ ਕਾਤਲ ਨੇਗੇ ਸਿੱਖਾਂ ਦੇ ਜੀ। ਇਹਨਾਂ ਤੋਂ ਅਸੀਂ ਆਸ ਕਰਦੇ ਹਾਂ ਕਿ ਹੋਰ ਜਿਹੜੇ ਇਸ ਤਰ੍ਹਾਂ ਦੇ ਇਹਨਾਂ ਨੇ ਕਾਂਡ ਕਾਲੇ ਕਾਰੇ ਕੀਤੇ ਨੇ, ਮਰਨ ਤੋਂ ਪਹਿਲਾਂ ਇਸ ਦੁਨੀਆ ਦੇ ਸਾਹਮਣੇ ਸਾਰਾ ਕੁਝ ਦੱਸ ਕੇ ਜਾਣ। ਬਿਲਕੁਲ। ਤਾਂ ਕਿ ਜਿਹੜੀਆਂ ਮਾਵਾਂ ਨੇਗੀਆਂ, ਅਸੀਂ ਪੰਜਾਬ ਦੇ ਪਿੰਡਾਂ 'ਚ ਜਾਂਦੇ ਹਾਂ ਤੇ ਉਹ ਰੋਂਦੀਆਂ ਨੇਗੀਆਂ, ਉਡੀਕ ਰਹੀਆਂ ਨੇ, ਬਿਰਧ ਹੋ ਚੁੱਕੀਆਂ ਨੇਗੀਆਂ। ਔਰ ਜਦੋਂ ਵੀ ਕੋਈ ਸਾਡੇ ਵਰਗਾ ਪੰਥ ਦੇ ਸੇਵਾਦਾਰਾਂ ਦੇ ਵਿੱਚੋਂ ਦੇ ਘਰ ਪਹੁੰਚਦਾ ਜੀ ਤਾਂ ਉਹ ਕਹਿੰਦੀਆਂ ਨੇ, ਪੁੱਤ ਤੇਰੇ ਵਰਗਾ ਸੀਗਾ, ਤੇਰੇ ਵਾਂਗੂ ਸੀਗਾ, ਉਹ ਇੱਥੋਂ ਸਬਜ਼ੀ ਲੈਣ ਗਿਆ ਸੀ, ਉਹ ਲੁਧਿਆਣੇ ਕੰਮ ਗਿਆ ਸੀ, ਉਹ ਅੰਮ੍ਰਿਤਸਰ ਨੂੰ ਦਰਬਾਰ ਸਾਹਿਬ ਮੱਥਾ ਟੇਕਣ ਗਿਆ ਸੀ, ਮੁੜ ਕੇ ਨਹੀਂ ਆਇਆ। ਕੋਈ ਕਹਿੰਦਾ ਹੈਗਾ ਉਹ ਹੈਗਾ, ਕੋਈ ਕਹਿੰਦਾ ਅੱਜ ਤੱਕ ਉਹ ਬਿਰਧ ਮਾਵਾਂ ਉਡੀਕ ਰਹੀਆਂ ਨੇਗੀਆਂ। ਉਹੋ ਜਿਹੀਆਂ ਹਜ਼ਾਰਾਂ ਸਾਡੇ ਪੰਜਾਬ ਦੀਆਂ ਭੈਣਾਂ ਨੇਗੀਆਂ ਜਿਹੜੀਆਂ ਆਪਦੇ
ਸੁਹਾਗਾਂ ਨੂੰ ਆਪਦੇ ਘਰ ਵਾਲਿਆਂ ਨੂੰ ਉਡੀਕ ਰਹੀਆਂ ਨੇ। ਨਿੱਕੇ ਬੱਚੇ ਸੀ ਜਿਹੜੇ ਹੁਣ ਨੌਕਰੀਆਂ ਤੇ ਲੱਗੇ ਹੋਏ ਨੇ, ਉਹਨਾਂ ਨੂੰ ਇਹ ਨਹੀਂ ਪਤਾ ਹੈਗਾ ਕਿ ਜਿਹੜਾ ਕਾਲਮ ਆ ਬਾਪ ਵਾਲਾ, ਉੱਥੇ ਮਤਲਬ ਅਸੀਂ ਕਿਵੇਂ ਭਰੀਏ, ਜਿਉਂਦਾ ਸਾਡਾ ਪਿਓ ਕਿ ਨਹੀਂ। ਇਹ ਸਾਰਾ ਕੁਝ ਜਿਹੜਾ ਹੈਗਾ ਇਹ ਪੈਂਕੀ ਵਰਗੇ ਕਾਤਲਾਂ ਦਾ ਜਿਹੜਾ ਪੰਜਾਬ ਦੀ ਧਰਤੀ ਤੇ ਘਾਣ ਕੀਤਾ ਹੈ ਉਹਦੀ ਬਦੌਲਤ ਆ। ਬਿਲਕੁਲ ਜਿਹੜੇ ਹੋਰ ਕਾਤਲ ਨੇਗੇ ਉਹਨਾਂ ਨੂੰ ਵੀ ਚਾਹੀਦਾ ਹੈਗਾ ਕਿ ਉਹ ਸਾਹਮਣੇ ਆਉਣ ਤੇ ਆਪਦੀ ਗੱਲ ਦੱਸ ਕੇ ਆਪਦੀ ਆਤਮਾ ਜਿਹੜੀ ਹੈਗੀ ਆ ਥੋੜੀ ਬਹੁਤੀ ਤਾਂ ਹਲਕੀ ਕਰਨ। ਬਾਕੀ ਤਾਂ ਜਿਹੜਾ ਧੌਰ ਦਰਗਾਹ 'ਚ ਲੇਖੇ ਇਹਨਾਂ ਦੇ ਹੋਣੇ ਆ ਹੋ ਕੇ ਰਹਿਣੇ ਆ। ਜੀ ਤੇ ਵੀ ਜਿਹੜੇ ਬਾਕੀ ਕਾਤਲ ਨੇ ਉਹਨਾਂ ਬਾਰੇ ਵੀ ਅਸੀਂ ਗੱਲਬਾਤ ਕਰਾਂਗੇ। ਪਰ ਜਿਸ ਤਰ੍ਹਾਂ ਹੁਣ ਅਸੀਂ ਮੀਟਿੰਗ ਦੀ ਗੱਲ ਕਰਦੇ, ਜਿਸ ਤਰ੍ਹਾਂ ਦਲ ਖਾਲਸਾ ਦੇ ਮੈਂਬਰਸ ਨੇ ਜਿਹੜੀ ਯੂਰੋਪੀਅਨ ਪਾਰਲੀਮੈਂਟ ਦੇ ਚੇਅਰਮੈਨ ਅਫਜ਼ਲ ਖਾਨ ਦੇ ਨਾਲ ਮੀਟਿੰਗ ਕੀਤੀ ਹੈ, ਸਾਨੂੰ ਇਸ ਦੇ ਵੀ ਵੇਰਵੇ ਦਿਓ ਕਿ ਇਸ ਦੇ ਵਿੱਚ ਕੀ ਡਿਸੀਜਨਸ ਲਿੱਤੇ ਗਏ, ਕਿਸ ਗੱਲ ਤੇ ਗੱਲਬਾਤ ਕੀਤੀ ਗਈ, ਕਿਹੜੇ ਮੁੱਦਿਆਂ ਤੇ ਗੱਲਬਾਤ ਕੀਤੀ ਗਈ, ਕਿਹੜੇ ਫੈਸਲੇ ਲਿੱਤੇ ਗਏ, ਸਾਨੂੰ ਇਸ ਬਾਰੇ ਵੇਰਵੇ ਸਹਿਤ ਜਾਣਕਾਰੀ ਦਿਓ। ਦੇਖੋ, ਆਪਣੀ ਕਮਿਊਨਿਟੀ ਦੀਆਂ ਵੱਖ-ਵੱਖ ਆਰਗੇਨਾਈਜੇਸ਼ਨ ਨੇ ਬੜੇ ਲੰਮੇ ਅਰਸੇ ਤੋਂ ਜਿਹੜਾ ਅੰਤਰਰਾਸ਼ਟਰੀ ਭਾਈਚਾਰਾ ਇਹਦੇ ਮੂਹਰੇ ਹਾਲ ਦੁਹਾਈ ਪਾਉਣੀ ਸ਼ੁਰੂ ਕੀਤੀ ਹੋਈ ਆ। ਕੋਈ ਮੌਕਾ ਆਪਾਂ ਕਦੇ ਖੰਜਾਇਆ ਨਹੀਂ। ਹਾਂਜੀ, ਪਰ ਪਤਾ ਨਹੀਂ ਹੁਣ ਤੱਕ ਸਾਡੇ ਕੌਮ ਦੇ ਬਾਰੇ ਯੂਨਾਈਟਿਡ ਨੇਸ਼ਨਸ ਜਿਹੜੀ ਹੈਗੀ ਆ ਜਿੰਨਾ ਸਾਨੂੰ ਆਸ ਆ ਕੌਮ ਨੂੰ ਵੀ ਇਹ ਕਰ ਉਹਨਾਂ ਨਹੀਂ ਹੋਇਆ। ਤਾਂ ਇਸ ਵਾਰ ਫੇਰ ਅਸੀਂ ਇੱਕ ਉਪਰਾਲਾ ਕੀਤਾ ਹੈਗਾ ਕਿ ਦੇਖੋ ਹੁਣ ਫੇਰ ਉਹੀ ਸਾਰਾ ਕੁਝ ਹੋ ਰਿਹਾ ਹੈ। ਬਹਿਬਲ ਕਲਾਂ ਦੇ ਵਿੱਚ ਜਿਵੇਂ 2 ਸਿੱਖ ਨੌਜਵਾਨਾਂ ਨੂੰ ਸ਼ਰੇਆਮ ਗੋਲੀਆਂ ਨਾਲ ਭੁੰਨਤਾ। ਹਾਂਜੀ, ਤੇ ਇਹ ਜਿਹੜਾ ਕਤਲੇਆਮ ਚੱਲ ਰਿਹਾ ਸਾਡਾ ਲਗਾਤਾਰ ਹੋ ਰਿਹਾ, ਇਹਦੇ ਬਾਰੇ ਧਿਆਨ ਦਿਵਾਉਣ ਦੇ ਲਈ ਸਾਡੀ ਜਥੇਬੰਦੀ ਵੱਲੋਂ 2 ਨੁਮਾਇੰਦੇ ਅਸੀਂ ਉੱਥੇ ਭੇਜੇ ਆ। ਔਰ ਸਾਰਾ ਕੇਸ ਜਿਹੜਾ ਕੌਮ ਦਾ ਹੈਗਾ ਬੜਾ ਲੰਬਾ ਚੌੜਾ ਵੇਰਵਾ, ਔਰ ਉਹ ਸਾਰਾ ਜਿਹੜਾ ਤੱਥਾਂ ਦੇ ਨਾਲ ਤਰੀਕ ਵਾਈਜ਼ ਸਾਰਾ ਕੁਝ ਅਸੀਂ ਉਹ ਯੂਨਾਈਟਿਡ ਨੇਸ਼ਨ ਦੇ ਹਵਾਲੇ ਕੀਤਾ ਕਿ ਅਜੇ ਵੀ ਅਸੀਂ ਆਸ ਕਰਦੇ ਆ ਕਿ ਸਾਡੀ ਕੌਮ ਦੇ ਇਹਨਾਂ ਜਿਹੜਾ ਘਾਣ ਹੋ ਰਿਹਾ ਲਗਾਤਾਰ ਇਹ ਰੁਕਿਆ ਨਹੀਂ। ਇਹ ਇੱਕ ਲੰਮਾ ਸਦਾ ਦੇ ਦੌਰ ਜਿਹੜਾ ਹੈਗਾ ਅਸੀਂ ਦੇਖ ਰਹੇ ਹੈਗੇ ਆ ਕਿ ਸ਼ੁਰੂ ਹੋਣ ਜਾ ਰਿਹਾ। ਔਰ 1978 ਦੇ ਵਿੱਚ ਜਿਵੇਂ ਬਾਦਲ ਦੇ ਰਾਜ ਦੇ ਵਿੱਚ ਸ਼ੁਰੂ ਹੋਇਆ ਸੀਗਾ, ਹੁਣ ਨਵਾਂ ਦੌਰ ਫਿਰ ਸ਼ੁਰੂ ਹੋ ਗਿਆ। ਸ਼ਰੇਆਮ ਗੋਲੀਆਂ ਨਾਲ ਸਿੱਖਾਂ ਨੂੰ ਭੁੰਨਣਾ ਸ਼ੁਰੂ ਕਰ ਦਿੱਤਾ ਹੈਗਾ। ਤੋਂ ਅਸੀਂ ਉੱਥੇ ਸਾਰੇ ਤੱਥ ਤੇ ਵੇਰਵੇ ਲੈ ਕੇ ਗਏ ਆ ਔਰ ਸਾਨੂੰ ਜਿਹੜਾ ਅਧਿਕਾਰੀ ਨੇਗੇ ਉਹਨਾਂ ਨੇ ਵਿਸ਼ਵਾਸ ਦਿਵਾਇਆ ਔਰ ਅਸੀਂ ਆਸ ਕਰਦੇ ਆ ਵੀ ਸ਼ਾਇਦ ਅਜੇ ਹੀ ਕੋਈ ਸਾਡੀ ਜਿਹੜੀ ਆ ਸੁਣਵਾਈ ਕੌਮ ਦੀ ਉਹ ਹੋ ਜਾਵੇ। ਇਸ ਤਰੀਕੇ ਨਾਲ ਜਿਹੜਾ ਅਜੇ ਕਾਫੀ ਕੁਝ ਹੋਰ ਕਰਨ ਦੀ ਲੋੜ ਆ, ਕਿਉਂਕਿ ਯੂਨਾਈਟਿਡ ਨੇਸ਼ਨਸ ਵਰਗੀਆਂ ਆਰਗੇਨਾਈਜੇਸ਼ਨ ਜਿੰਨਾ ਟਾਈਮ ਸਾਹਮਣੇ ਨਹੀਂ ਆਉਣਗੀਆਂ, ਜਿਹੜਾ ਦੁਨੀਆ ਭਰ ਦੇ ਮੁਲਕਾਂ 'ਚ ਸਾਡਾ ਸਿੱਖ ਭਾਈਚਾਰਾ ਗਿਆ ਹੋਇਆ ਉੱਥੇ ਵੀ ਸੇਫ ਨਾ ਸਮਝੇ, ਕਿਉਂਕਿ ਨਿੱਤ ਨਵੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਨੇਗੀਆਂ। ਪੰਜਾਬ ਦੇ ਵਿੱਚੋਂ ਜਿਹੜੇ ਪੁਲਿਸ ਅਫਸਰ ਨੇਗੇ ਉਹ ਨਵੇਂ ਜਿਹੜੇ ਤੋਂ ਨੌਜਵਾਨ ਗਏ ਹੋਏ ਨੇ ਆਪਣੀਆਂ ਜਾਨਾਂ ਬਚਾ ਕੇ ਬਾਹਰ ਭੱਜ ਗਏ ਆ, ਉਦੋਂ ਜਿਨ੍ਹਾਂ ਦੇ ਪਰਿਵਾਰ ਦੇ ਮੈਂਬਰ ਮਾਰੇ ਗਏ ਆ ਉਹਨਾਂ ਦੇ ਮਗਰ ਅਜੇ ਵੀ ਪਈ ਹੋਈ ਆ। ਲਿਸਟਾਂ ਬਣਾ ਕੇ ਦੇਈ ਜਾਂਦੇ ਨੇਗੇ ਜੀ ਇੰਗਲੈਂਡ 'ਚ ਕੈਨੇਡਾ 'ਚ ਜੀ ਉਹ ਫੜ ਕੇ ਲਿਆਓ ਇੱਥੇ। ਤੇ ਇਸ ਤਰੀਕੇ ਨਾਲ ਜਿਹੜਾ ਇਹ ਘਾਣ ਵਾ ਜੇ ਇਹਨੂੰ ਰੋਕਣਾ ਤਾਂ ਸਾਨੂੰ ਸਾਰਿਆਂ ਨੂੰ ਚੁੱਪ ਕਰਕੇ ਬੈਠਣ ਦੀ ਲੋੜ ਨਹੀਂ, ਅੰਤਰਰਾਸ਼ਟਰੀ ਭਾਈਚਾਰੇ ਦੇ ਸਾਹਮਣੇ ਆਪਦੀ ਆਵਾਜ਼ ਬੁਲੰਦ ਕਰਨੀ ਪੈਣੀ ਹੈ, ਤਾਂ ਬਚਾਂਗੇ। ਜੀ ਬਿਲਕੁਲ, ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਕਿ ਪੰਜਾਬ ਦੇ ਵਿੱਚ ਬਹੁਤ ਸਾਰੇ ਨੌਜਵਾਨ ਪੰਜਾਬ ਸਰਕਾਰ ਤੋਂ ਬਚ ਕੇ ਬਾਹਰ ਆਏ ਨੇ, ਉਹਨਾਂ ਬਾਰੇ ਵੀ ਇਸ ਡਿਟੇਲ 'ਚ ਗੱਲ ਕਰਾਂਗੇ। ਪਰ ਜਿਸ ਤਰ੍ਹਾਂ ਤੁਸੀਂ ਪਹਿਲਾਂ ਗੱਲ ਕੀਤੀ ਪੁਲਿਸ ਕਾਤਲਾਂ ਦੀ, ਹੁਣ ਅਸੀਂ ਪੁਲਿਸ ਕਾਤਲਾਂ ਬਾਰੇ ਜਾਣਕਾਰੀ ਲੈਂਦੇ ਹਾਂ। ਜਿਸ ਤਰ੍ਹਾਂ ਇਸਨੇ ਇਹ ਤਾਂ ਖੁਲਾਸਾ ਕੀਤਾ ਕਿ ਸੁਮੇਧ ਸਾਈ ਨੇ ਕਾਫੀ ਸਾਰੇ ਝੂਠੇ ਪੁਲਿਸ ਮੁਕਾਬਲੇ ਕੀਤੇ, ਪਰ ਇਸ ਦੇ ਨਾਲ ਇਸਨੇ ਇਹ ਵੀ ਖੁਲਾਸਾ ਕੀਤਾ ਕਿ ਕਿਸ ਤਰ੍ਹਾਂ KPS ਗਿੱਲ ਨੇ ਖੁਦ ਖੜ ਕੇ ਮਨੁੱਖੀ ਹੱਕਾਂ ਦੇ ਲੰਬੜਦਾਰ ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਨੂੰ ਮਰਵਾਇਆ ਸੀ। ਤੁਹਾਨੂੰ ਕੀ ਲੱਗਦਾ, ਕਿਉਂਕਿ ਅਗਰ ਤੁਸੀਂ ਇਸ ਤਰ੍ਹਾਂ ਦਲ ਖਾਲਸਾ ਨੂੰ ਇੰਟਰਨੈਸ਼ਨਲ ਲੈਵਲ ਤੇ ਲੈ ਗਈ ਹੈ, ਯੂਨਾਈਟਿਡ ਨੇਸ਼ਨ ਤੱਕ ਲੈ ਕੇ ਗਈ ਹੈ, ਜਿਹੜਾ KPS ਗਿੱਲ ਹੈ ਤੁਹਾਨੂੰ ਲੱਗਦਾ ਕਿ ਉਹ ਵੀ ਰਗੜੇਗਾ? ਕਿਉਂਕਿ ਜਿਸ ਤਰ੍ਹਾਂ ਪਰਮਜੀਤ ਕੌਰ ਖਾਲੜਾ ਨੇ ਉੱਤੇ ਕੇਸ ਕੀਤਾ ਸੀ ਉਸ ਦੇ ਵਿੱਚੋਂ ਤਾਂ KPS ਗਿੱਲ ਨਿਕਲ ਗਿਆ ਸੀਗਾ, ਉਹਨੂੰ ਕੋਈ ਸਜ਼ਾ ਨਹੀਂ ਮਿਲੀ। ਪਰ ਤੁਹਾਨੂੰ ਲੱਗਦਾ ਕਿ ਇਸ ਬੇਸ ਨੂੰ ਆਧਾਰ ਬਣਾ ਕੇ ਅਗਰ ਅਸੀਂ ਇਹ ਕੇਸ ਨੂੰ ਅੱਗੇ ਲੈ ਕੇ ਜਾਂਦੇ ਹਾਂ ਤੇ KPS ਗਿੱਲ ਵੀ ਇਸ ਦੇ ਵਿੱਚ ਫਸੇਗਾ? ਜਿਹੜਾ ਬੀਬੀ ਖਾਲੜਾ ਵੱਲੋਂ ਕੇਸ ਕੀਤਾ ਗਿਆ ਸੀ ਉਹਦੇ ਵਿੱਚ ਬਾਕੀ ਜਿਹੜੇ ਦੋਸ਼ੀ ਸੀਗੇ ਉਹਨਾਂ ਨੂੰ ਤਾਂ ਸਜ਼ਾਵਾਂ ਹੋ ਗਈਆਂ, ਉਹ ਜੇਲ੍ਹ 'ਚ ਨੇ ਪਟਿਆਲੇ, ਓਪਨ ਜੇਲ੍ਹ ਆ ਜਿਹੜੀ ਜਿੱਥੇ ਪੈਂਕੀ ਰਹਿੰਦਾ ਸੀਗਾ। ਪਰ KPS ਗਿੱਲ ਜਿਹੜਾ ਸੀ ਉਹਦੇ ਖਿਲਾਫ ਅਜੇ ਜਿਹੜੀ ਸੁਣਵਾਈ ਆ ਉਹ ਪੈ ਰਹੀ ਆ, ਉੱਥੇ ਹਾਈ ਕੋਰਟ ਚੱਲ ਰਿਹਾ ਤੇ ਉੱਥੇ ਹਰ ਵਾਰੀ ਉਹ ਤਰੀਕ ਜਿਹੜੀ ਹੈਗੀ ਆ ਪਾ ਕੇ ਨਾ 5-4 ਮਹੀਨਿਆਂ ਦੀ 6 ਮਹੀਨਿਆਂ ਦੀ ਸਾਲ 'ਚ 3-4 ਤਰੀਕਾਂ ਪਾ ਕੇ ਉਹ ਮੋੜ ਦਿੰਦੇ ਆ ਤੇ ਉੱਥੇ ਕੁਛ ਨਹੀਂ ਸੀ ਹੋ ਰਿਹਾ। ਹੁਣ ਜਿਹੜੀ ਆ ਨਵੀਂ ਆਈ ਆ ਰਿਵੀਲੇਸ਼ਨ ਆਈ ਆ ਇਹਦੇ ਵੱਲੋਂ, ਪੈਂਕੀ ਵੱਲੋਂ ਜਿਹੜੀ ਨਵੀਂ ਗੱਲ ਆਈ ਆ ਸਾਹਮਣੇ, ਹੁਣ ਇੱਕ ਉਹਨਾਂ ਦੇ ਡਿਪਾਰਟਮੈਂਟ ਦੇ ਵਿੱਚ ਰਿਹਾ ਹੋਇਆ ਬੰਦਾ ਇਹ ਗੱਲ ਕਹਿ ਰਿਹਾ ਔਰ ਔਨ ਰਿਕਾਰਡ ਆਡੀਓ ਜਿਹੜੀ ਆ ਉਹਦੀ ਆਪਣੇ ਕੋਲ ਆ। ਤੋਂ ਅਸੀਂ ਦੇਖਦੇ ਹੈਗੇ ਆ ਬੀਬੀ ਖਾਲੜਾ ਨਾਲ ਵੀ ਮਿਲਾਂਗੇ ਤੇ ਜਿਹੜੇ ਵਕੀਲ ਨੇਗੇ ਆਪਣੇ ਕੌਮ ਦੇ ਜਿਹੜੇ ਇਸ ਕੇਸ ਦੀ ਪੈਰਵਾਈ ਕਰਦੇ ਆ ਉਹਨਾਂ ਨੂੰ ਵੀ ਕਿ ਜਿਹੜਾ ਹੈਗਾ KPS ਗਿੱਲ ਆ ਉਹਦੀ ਅਗਵਾਈ ਹੇਠ ਪੰਜਾਬ 'ਚ ਜਿਹੜਾ ਕਾਂਡ ਹੋਇਆ ਬੜੇ ਵੱਡੇ ਲੈਵਲ ਤੇ ਹੋਇਆ। ਪਰ ਚਲੋ ਪਾਰਟੀਕੂਲਰ ਇੱਕ ਕੇਸ ਜਿਹੜਾ ਹੈਗਾ ਸ਼ਹੀਦ ਜਸਵੰਤ ਸਿੰਘ ਖਾਲੜਾ ਵਾਲਾ, ਜਿਹਦੇ ਬਾਰੇ ਪੈਂਕੀ ਨੇ ਦਾਅਵਾ ਕੀਤਾ ਕਿ ਉਹਨੇ ਤਾਂ ਸਾਹਮਣੇ ਬਹਿ ਕੇ ਕਿਹਾ ਕਿ ਮੈਂ ਉਹਨਾਂ ਟਾਈਮ ਹਿੱਲਣਾ ਨਹੀਂ ਜਿੰਨਾ ਟਾਈਮ ਤੁਸੀਂ ਇਹਨੂੰ ਖਤਮ ਨਹੀਂ ਕਰ ਦਿੰਦੇ। ਤੋਂ ਖਾਲੜੇ ਵਾਲੇ ਕੇਸ ਦੇ ਵਿੱਚ
ਪਿੰਕੀ ਕੈਟ ਵਾਲੀ ਇਸ ਗੱਲ ਦੇ ਜਿਹੜਾ ਹੈਗਾ ਸਬੂਤ ਦੇ ਸਹਾਰੇ ਕਿੰਨਾ ਕੁ ਅੱਗੇ ਵਧਿਆ ਜਾ ਸਕਦਾ, ਇਹਦੇ ਬਾਰੇ ਇੱਕ ਦੋ ਦਿਨਾਂ ਦੇ ਵਿੱਚ ਚੰਡੀਗੜ੍ਹ ਜਿਹੜਾ ਹੈਗਾ ਜਾ ਕੇ ਬੀਬੀ ਖਾਲੜਾ ਨੂੰ ਵੀ ਇੱਥੇ ਅੰਮ੍ਰਿਤਸਰ ਮਿਲਾਂਗੇ, ਤੇ ਜੇ ਕੋਈ ਇਹਦੇ ਵਿੱਚ ਗੱਲ ਅੱਗੇ ਨਿਕਲਣ ਵਾਲੀ ਹੈਗੀ ਆ ਲੀਗਲੀ ਤੌਰ ਦੇ ਉੱਤੇ, ਇਹ ਕੋਸ਼ਿਸ਼ ਕਰਦੇ ਆ ਕਿ ਪਿੰਕੀ ਦੀ ਅਸਲ ਵਿੱਚ ਜਿਹੜੀ ਹੈਗੀ ਆ ਨਾ, ਜੇ ਆਪਾਂ ਕਹੀਏ ਸਾਰਾ ਕੁਝ ਜਿਹੜਾ ਹੁਣ ਤੱਕ ਦਾ ਉਹਦਾ ਆਪਦਾ ਰੌਣ ਧੋਣਾ ਕਿ ਮੇਰੇ ਤਾਂ 50 ਲੱਖ ਚਲੇ ਗਏ ਜੀ, ਮੇਰਾ ਤਾਂ ਜੀ ਮੈਂ ਤਾਂ ਮੈਨੂੰ ਸਜ਼ਾ ਕਰਾਤੀ ਜੀ, ਅਸਲ ਵਿੱਚ ਜੇਕਰ ਉਹ ਖਾਲੜੇ ਵਾਲੇ ਕੇਸ ਵਿੱਚ ਵਿਟਨੈਸ ਬਣਦਾ, ਜੇਕਰ ਉਹਦੇ ਕੋਲੇ ਵਾਕਈ ਕੋਈ ਅੱਖਾਂ ਦੇ ਸਾਹਮਣੇ ਹੈ, ਫਿਰ ਉੱਥੇ ਅਸੀਂ ਚਾਹਾਂਗੇ ਕਿ ਅਸਲ ਵਿੱਚ ਇਹਨੇ ਕੁਝ ਸੋਚਿਆ ਵਾ, ਕੁਝ ਕੀਤਾ ਵਾ। ਜੀ ਜੀ, ਤੇ ਵੀਰ ਜੀ ਜਿਸ ਤਰ੍ਹਾਂ KPS ਗਿੱਲ ਵੀ ਹਜੇ ਉਹਨੂੰ ਸਜ਼ਾ ਨਹੀਂ ਮਿਲੀ ਹੈ, ਜਿਸ ਗੱਲ ਕੀਤੀ ਕਿ ਕਾਫੀ ਸਾਰੇ ਇਸ ਕੇਸ ਦੇ ਵਿੱਚ ਜਿਹੜੇ ਦੋਸ਼ੀ ਨੇ ਉਹਨੂੰ ਸਜ਼ਾ ਮਿਲ ਚੁੱਕੀ ਹੈ, ਪਰ ਜਿਸ ਤਰ੍ਹਾਂ ਪਿਛਲੇ ਦਿਨੀ ex-DGP ਸ਼ਸ਼ੀਕਾਂਤ ਨੇ ਇਹ ਵੀ ਖੁਲਾਸਾ ਕੀਤਾ ਕਿ ਇਸ ਕੇਸ ਦੇ ਵਿੱਚ ਇੱਕ ਜਿਹੜਾ ਮੇਨ ਆਫੀਸਰ ਸੀਗਾ, ਆਈ ਥਿੰਕ ਉਹਦਾ ਨਾਮ ਸੀਗਾ ਅਜੀਤ ਸੰਧੂ, ਉਹ ਕੈਨੇਡਾ ਦੇ ਵਿੱਚ ਉਹਨੂੰ ਭਾਰਤੀ ਏਜੰਸੀਆਂ ਨੇ ਉੱਥੇ ਰੱਖਿਆ ਹੋਇਆ ਵਾ। ਤੁਹਾਨੂੰ ਕੀ ਲੱਗਦਾ ਇਸ ਕੇਸ ਦੇ ਵਿੱਚ ਕਿੰਨੀ ਕੁ ਸੱਚਾਈ ਹੈ? ਦੇਖੋ, ਇਹ ਕੋਈ ਨਵੀਂ ਗੱਲ ਨਹੀਂ। ਇੱਕ ਇਸ ਤੋਂ ਪਹਿਲਾਂ ਵੀ ਹਰਿਆਣੇ ਦਾ ਸਿੱਖ ਅਫਸਰ ਸੀਗਾ ਜਿਹਨੇ ਜੰਮੂ ਕਸ਼ਮੀਰ ਦੇ ਵਿੱਚ ਬਹੁਤ ਵੱਡੇ ਪੱਧਰ ਤੇ ਮਨੁੱਖੀ ਹੱਕਾਂ ਦਾ ਘਾਣ ਕੀਤਾ ਹੋਇਆ ਸੀਗਾ, ਉਹਨੂੰ ਅਮਰੀਕਾ ਦੇ ਵਿੱਚ ਸੈੱਟ ਕਰਤਾ ਸੀਗਾ ਨਵੇਂ ਆਇਡੈਂਟੀਟੀ ਦੇ ਕੇ, ਤੇ ਬਾਅਦ ਵਿੱਚ ਆਪਦੇ ਘਰੇਲੂ ਕਲੇਸ਼ ਵਿੱਚ ਉਹਨੇ ਕਤਲੋਗਾਰਦ ਕੀਤੀ ਤੇ ਉਹਦਾ ਸਾਰੀ ਗੱਲ ਖੁੱਲ ਗਈ ਸੀਗੀ ਕਿ ਏਦਾਂ ਏਜੰਸੀਆਂ ਨੇ ਇਹਨੂੰ ਸੈੱਟ ਕੀਤਾ ਹੋਇਆ। ਇਵੇਂ ਹੋ ਸਕਦਾ ਹੋਰ ਵੀ ਬਹੁਤ ਸਾਰੇ ਜਿਹੜੇ ਸਿੱਖਾਂ ਦੇ ਕਾਤਲ ਨੇਗੇ ਇਸ ਤੋਂ ਬਚਾ ਕੇ ਉਹਨਾਂ ਨੇ ਭੇਜੇ ਹੋਣ, ਤੇ ਇਹ ਜਿਹੜਾ ਕੇਸ ਆ ਹਾਈਲਾਈਟਡ ਕੇਸ ਆ ਅਜੀਤ ਸਿੰਘ ਸੰਧੂ ਵਾਲਾ। ਹਾਂਜੀ, ਹੁਣ ਜਿੰਨੀ ਕੁ ਇੱਥੇ ਹੋ ਸਕਦੀ ਸੀ ਇਸ ਗੱਲ ਦੀ ਪੜਤਾਲ ਕਿ ਵਾਕਈ ਸੰਧੂ ਮਰਿਆ, ਉਹ ਕਰਨ ਵਾਲਿਆਂ ਨੇ ਕੀਤੀ ਆ। ਖਾਲੜਾ ਮਿਸ਼ਨ ਕਮੇਟੀ, ਕਿਉਂਕਿ ਮੇਨ ਤੌਰ ਤੇ ਟਾਰਗੇਟ ਉਦੋਂ ਖਾਲੜਾ ਸਾਹਿਬ ਬਣੇ ਆ, ਉੱਥੇ ਜਿਹੜੇ ਕਈ ਉਹਨਾਂ ਦੇ ਅਸੀਂ ਵੀ ਉਦੋਂ ਨੁਮਾਇੰਦੇ ਬੰਦੇ ਭੇਜੇ ਆ, ਖਾਲੜਾ ਮਿਸ਼ਨ ਕਮੇਟੀ ਵੱਲੋਂ ਭੇਜਿਆ ਹੋਰ ਸਾਰਾ, ਪਰ ਉਹ ਜਿਹੜੀ ਗੱਲ ਹੈ ਉਹ ਦੁਬਦਾ ਚ ਹੀ ਆ, ਸਦਾ ਹੀ ਦੁਬਦਾ ਚ ਆ। ਬਿਲਕੁਲ। ਹੁਣ ਸ਼ਸ਼ੀਕਾਂਤ ਜੀ ਨੇ ਇਹ ਗੱਲ ਜਦੋਂ ਆਖੀ ਆ ਤਾਂ ਫਿਰ ਉਹ ਬਾਅਦ ਵਿੱਚ ਪਿੱਛੇ ਉਹ ਕਹਿੰਦੇ ਜੀ ਮੈਂ ਉਦਾਂ ਆਖੀ ਆ ਗੱਲ, ਉਹ ਬਾਈ ਨੇਮ ਉਹ ਫਿਰ ਕਹਿਣ ਤੋਂ ਇਤਰਾਜ਼ ਆ ਉਹਨਾਂ ਨੂੰ, ਨਹੀਂ ਕਹਿ ਰਹੇ ਹੋ। ਜਿੰਨਾ ਟਾਈਮ ਸਾਡੀ ਇਹ ਗੱਲ ਜਿਹੜੀ ਹੈਗੀ ਆ, ਇਹ ਕੋਈ ਬਾਹਲੀ ਵੱਡੀ ਗੱਲ ਨਹੀਂ ਹੋਏਗੀ ਜੇਕਰ ਉਹ ਜਿਉਂਦਾ ਹੋਵੇ ਤੇ ਕਿਤੇ ਬੈਠਾ ਹੋਵੇ ਸੰਧੂ, ਕਿਉਂਕਿ ਪਿਛਲੇ ਲੰਮੇ ਅਰਸੇ ਤੋਂ ਚੱਲ ਰਹੀਆਂ ਰਹੀਆਂ ਕਿਆਸਾਂ ਆਈਆਂ, ਕਿਉਂਕਿ ਇਸ ਤੋਂ ਪਹਿਲਾਂ ਵੀ ਇਹ ਏਜੰਸੀਆਂ ਨੇ ਬੰਦੇ ਸੈੱਟ ਕੀਤੇ ਆਪਣੇ ਸਾਹਮਣੇ ਨਿਕਲੇ ਆ, ਪਰ ਅਜੇ ਤੱਕ ਜਿਹੜਾ ਹੈਗਾ ਕੋਈ ਪੁਖਤਾ ਜਿਹੜੀ ਜਾਣਕਾਰੀ ਆ ਉਹ ਸਾਹਮਣੇ ਨਹੀਂ ਆਈ, ਆਉਣੀ ਚਾਹੀਦੀ ਆ। ਤੇ ਸਾਡਾ ਸੋਸ਼ਲ ਮੀਡੀਆ ਦੇ ਉੱਤੇ ਖਾਸ ਤੌਰ ਤੇ ਜਿਹੜਾ ਅੱਜ ਦਾ ਨੌਜਵਾਨ ਆ, ਉਹ ਬੜੇ ਵੱਡੇ ਪੱਧਰ ਦੇ ਉੱਤੇ ਉਹਦੀ ਫੋਟੋ ਨੂੰ ਅੱਡ-ਅੱਡ ਰੂਪਾਂ 'ਚ ਘੁਮਾ ਕੇ ਲੋਕਾਂ ਨੂੰ ਜਾਗਰਤ ਕਰ ਰਿਹਾ ਕਿ ਇਹੋ ਜਿਹਾ ਬੰਦਾ ਹੈਗਾ, ਜੇ ਕਿਤੇ ਮਿਲੇ, ਕਿਉਂਕਿ ਦੁਨੀਆ 'ਚ ਕਿਤੇ ਨਾ ਕਿਤੇ ਤਾਂ ਇਹੋ ਜਿਹਾ ਬੰਦਾ ਟੱਕਰ ਹੀ ਪੈਂਦਾ। ਬਿਲਕੁਲ ਬਿਲਕੁਲ, ਅਮਿਤ ਜਿਸ ਗੱਲ ਕੀਤੀ ਕਿ ਪੁਖਤਾ ਜਾਣਕਾਰੀ ਨਹੀਂ ਹੈਗੀ, ਬਿਕੋਜ਼ ਜਿਸ ਤਰ੍ਹਾਂ ਇਹ ਸਾਡੇ ਵੀਰ 20-30 ਸਾਲਾਂ ਬਾਅਦ ਲੱਭ ਕੇ ਬਾਹਰ ਦੇ ਦੇਸ਼ਾਂ ਤੋਂ ਪੰਜਾਬ ਲੈ ਕੇ ਆ ਰਹੇ ਨੂੰ ਸਜ਼ਾਵਾਂ ਦੇ ਰਹੇ ਨੇ, ਇਸੇ ਤਰ੍ਹਾਂ ਸਾਡਾ ਹੀ ਫਰਜ਼ ਬਣਦਾ ਕਿ ਜਿਹਨੇ ਸਾਡੇ ਸਿੱਖਾਂ ਦਾ ਨਕਾਨ ਕੀਤਾ, ਸਾਡੇ ਜੰਝਾਰੂ ਸਿੱਖਾਂ ਨੂੰ ਇੰਨਾ ਮਰਵਾਇਆ ਹੈ, ਇਸ ਤਰ੍ਹਾਂ ਦੇ ਆਫਿਸ ਸਾਡਾ ਹੀ ਫਰਜ਼ ਬਣਦਾ ਕਿ ਅਸੀਂ ਵੀ ਉਹਨੂੰ ਲੱਭ ਕੇ ਵਾਪਿਸ ਭਾਰਤ ਲੈ ਕੇ ਜਾਈਏ ਤੇ ਉਹਨਾਂ ਨੂੰ ਸਜ਼ਾਵਾਂ ਦਿਵਾਈਏ। ਪਰ ਜਿਸ ਤਰ੍ਹਾਂ ਵੀਰ ਜੀ ਹੁਣ ਮੈਂ ਗੱਲ ਕੀਤੀ ਕਿ ਸਾਡੇ ਕਾਫੀ ਸਾਰੇ ਜੰਝਾਰੂ ਸਿੱਖਾਂ ਨੂੰ ਕਿਸ ਤਰ੍ਹਾਂ ਬਾਹਰੋਂ ਲੱਭ ਕੇ ਪੰਜਾਬ ਦੇ ਵਿੱਚ ਲੈ ਕੇ ਜਾ ਰਹੇ, ਪਿਛਲੇ ਦਿਨੀ ਇਹ ਵੀ ਕੇਸ ਸਾਹਮਣੇ ਆਇਆ, ਅੱਜ ਕੱਲ੍ਹ ਐਕਚੁਅਲੀ ਇੱਕ ਕੇਸ ਸਾਹਮਣੇ ਆਇਆ ਕਿ ਜਿਸ ਤਰ੍ਹਾਂ ਭਾਈ ਪਰਮਜੀਤ ਸਿੰਘ ਪੰਮਾ ਨੂੰ ਇੰਟਰਪੋਲ ਵੱਲੋਂ ਔਰ ਪੂਰੇ ਪਰਿਵਾਰ ਸਮੇਤ ਗ੍ਰਿਫਤਾਰ ਕੀਤਾ ਗਿਆ ਤੇ ਉਹਨੂੰ ਹਿੰਦੁਸਤਾਨ ਵਾਪਸ ਲੈ ਕੇ ਜਾਣ ਦੀ ਕੋਸ਼ਿਸ਼ ਹੋ ਰਹੀ ਹੈ। ਇਹ ਕੇਸ ਕੀ ਹੈ, ਸਾਨੂੰ ਇਸ ਬਾਰੇ ਜਾਣਕਾਰੀ ਦਿਓ। ਭਾਰਤੀ ਸਮੇਂ ਦੇ ਹਿਸਾਬ ਨਾਲ ਰਾਤ 8-9 ਵਜੇ ਤੋਂ ਬਾਅਦ ਜਦੋਂ ਇਹ ਗੱਲ ਇੱਥੇ ਸਾਨੂੰ ਪਤਾ ਲੱਗੀ, ਅਸੀਂ ਇਹਦੇ ਉੱਤੇ ਬੜਾ ਚਿੰਤਾ ਕੀਤੀ ਔਰ ਇਹ ਗੱਲ ਸੋਸ਼ਲ ਮੀਡੀਆ ਦੇ ਰਾਹੀਂ ਤੇ ਹੋਰ ਲੋਕਾਂ ਨੂੰ ਸਾਰਿਆਂ ਨੂੰ ਦੱਸਿਆ। ਹੁਣ ਗੱਲ ਇਹ ਆ ਕਿ ਭਾਈ ਬਲਵਿੰਦਰ ਸਿੰਘ ਜਟਾਣਾ, ਜਿਹਦੇ ਪਰਿਵਾਰ ਨੂੰ ਉਦੋਂ ਸੈਣੀ ਦੇ ਉੱਤੇ ਹੋਏ ਹਮਲੇ ਤੋਂ ਬਾਅਦ ਵਿੱਚ ਟਾਰਗੇਟ ਕੀਤਾ ਗਿਆ ਸੀ ਜੀ, ਉਸ ਦੀ ਮਾਸੀ ਦਾ ਮੁੰਡਾ ਜੀ ਇਹ, ਔਰ ਇਹਦਾ ਇੱਕ ਭਰਾ ਜਿਹੜਾ ਪਰਮਜੀਤ ਸਿੰਘ ਪੰਮੇ ਦਾ, ਧਰਮਿੰਦਰ ਰਾਜਾ ਬੋਸ ਉਹਨੂੰ ਕਹਿੰਦੇ ਹੁੰਦੇ ਸੀਗੇ, ਉਹ ਵੀ ਪਹਿਲਾਂ ਇਸੇ ਤਰੀਕੇ ਨਾਲ ਇਹ ਜਿਹੜੇ ਕਾਤਲ ਦੱਸਦੇ ਸੀ ਉਹਨਾਂ ਨੇ ਸ਼ਹੀਦ ਕੀਤਾ ਸੀ ਬਲਵਿੰਦਰ ਸਿੰਘ ਜਟਾਣਾ ਨੂੰ, ਉਹਦੇ ਪਰਿਵਾਰ ਨੂੰ ਪੂਲੇ ਤੋਂ ਇਹਨਾਂ ਨੇ ਮਰਵਾਇਆ। ਤਾਂ ਉਹਦੇ ਪਰਿਵਾਰ ਦੇ ਇਹ ਬਿਲਕੁਲ ਉਹਦੇ ਪਿੱਛੇ ਪੈ ਹੋਏ ਨੇਗੇ, ਔਰ ਉਸ ਲੜੀ ਦੇ ਵਿੱਚ ਹੀ ਹੁਣ ਪਰਮਜੀਤ ਸਿੰਘ ਪੰਮੇ ਨੂੰ ਜਿਹੜਾ ਇੰਗਲੈਂਡ ਦੇ ਵਿੱਚ ਉੱਥੇ ਸਿਆਸੀ ਸ਼ਰਨ ਲੈ ਕੇ ਰਹਿ ਰਿਹਾ, ਉਹ ਪਰਿਵਾਰ ਸਮੇਤ ਪੁਰਤਗਾਲ ਗਿਆ ਔਰ ਉੱਥੋਂ ਇਹਨਾਂ ਨੇ ਇੰਟਰਪੋਲ ਰਾਹੀਂ ਉਹਨੂੰ ਅਰੈਸਟ ਕਰਵਾ ਲਿਆ, ਉਹਨਾਂ ਨੂੰ ਲਿਆ ਰਹੇ ਨੇ ਇੱਥੇ। ਉਹ ਜਿਹੜਾ ਆਪਣੀ ਭਾਈਚਾਰੇ ਨੇ, ਮੈਂ ਜਿਵੇਂ ਪਹਿਲਾਂ ਕਹਿ ਕੇ ਹਟਿਆ ਕਿ ਇਹ ਘਾਣ ਰੁਕਿਆ ਨਹੀਂ, ਇਹ ਹੋਏਗਾ, ਹੋਰ ਹੋਏਗਾ ਜੇ ਅਸੀਂ ਨਾ ਮਤਲਬ ਸੰਭਲੇ। ਤੋਂ ਅੰਤਰਰਾਸ਼ਟਰੀ ਭਾਈਚਾਰੇ ਦੇ ਸਾਹਮਣੇ ਸਾਨੂੰ ਬਹੁਤ ਵੱਡੇ ਪੱਧਰ ਦੇ ਉੱਤੇ ਲਾਮਬੰਦ ਹੋ ਕੇ ਘੱਟੋ ਘੱਟ ਇਹ ਜਿਹੜਾ ਪੰਮੇ ਵਾਲਾ ਕੇਸ ਆ, ਇਹਦੇ ਬਹਾਨੇ ਇੰਗਲੈਂਡ ਦੇ ਵਿੱਚ, ਕੈਨੇਡਾ 'ਚ, ਅਮਰੀਕਾ 'ਚ, ਇੰਡੀਆ 'ਚ ਅਸੀਂ ਸਾਰਿਆਂ ਨੂੰ ਚਾਹੀਦਾ ਹੈਗਾ ਕਿ ਯੂਨਾਈਟਿਡ ਨੇਸ਼ਨਜ਼ ਦੇ ਜਿੱਥੇ ਵੀ ਅਸੀਂ ਰੀਪ੍ਰਜੈਂਟ ਦਈਏ ਔਰ ਇਸ ਗੱਲ ਦੇ ਉੱਤੇ ਆਪਦੀ ਇੱਕ ਮੂਵਮੈਂਟ ਖੜੀ ਕਰੀਏ ਕਿ ਐਵੇਂ ਬਿਨਾਂ ਗੱਲੋਂ ਫੜ ਕੇ ਨੌਜਵਾਨਾਂ ਨੂੰ ਪੰਜਾਬ ਦੇ ਵਿੱਚ ਲਿਆ ਕੇ ਇੱਥੇ ਇਹਨਾਂ ਦਾ ਘਾਣ ਹੋ ਰਿਹਾ। ਹਾਂਜੀ, ਤੋਂ ਇਹ ਜਿਹੜਾ ਸਾਰਾ ਚੱਲ ਰਿਹਾ ਹੈਗਾ, ਇਹ ਨਾ ਤਾਂ ਇਹਦੇ 'ਚ ਕੋਈ ਖੜੋਤ ਆਈ ਆ, ਸਟੇਟ ਜਿਹੜੀ ਆ, ਇੰਡੀਅਨ ਸਟੇਟ ਜਿਹੜੀ ਹੈਗੀ ਆ, ਉਹ ਉਵੇਂ ਆਪਦੇ ਜਿਹੜੇ ਉਹਨਾਂ ਦੇ
ਖੂਨੀ ਦਰਿੰਦਿਆਂ ਵਾਲੇ ਜਿਹੜੇ ਕੰਮ ਨੇਗੇ ਉਹ ਲਗਾਤਾਰ ਉਹਨੇ ਜਾਰੀ ਰੱਖੇ ਹੋਏ ਨੇ। ਸਿੱਖਾਂ ਦਾ ਘਾਣ ਲਗਾਤਾਰ ਹੋ ਰਿਹਾ ਔਰ ਪਰਮਜੀਤ ਸਿੰਘ ਪੰਮੇ ਦਾ ਵੀ ਕੇਸ ਜਿਹੜਾ ਹੈਗਾ ਇਸ ਤੋਂ ਅੱਗੇ ਵੀ ਉਹਨਾਂ ਨੇ ਇੰਗਲੈਂਡ ਦੇ ਵਿੱਚ ਕਈ ਸਿੰਘਾਂ ਦੇ ਹੋਰ ਜਿਹੜੇ ਨੇਗੇ ਕੈਨੇਡਾ ਚ ਅਮਰੀਕਾ ਚ ਜਿਹੜੀਆਂ ਬਲੈਕ ਲਿਸਟਾਂ ਦੇ ਵਿੱਚ ਰੱਖੇ ਆ ਨੌਜਵਾਨ, ਉਹਨਾਂ ਸਾਰਿਆਂ ਦੇ ਉੱਤੇ ਉਹਨਾਂ ਦਾ ਨਿਸ਼ਾਨਾ। ਸੋ ਜਿਹੜਾ ਅੱਜ ਦਾ ਨਵਾਂ ਫੇਸ ਜਿਹੜਾ ਨਵਾਂ ਦੌਰ ਸ਼ੁਰੂ ਹੋ ਰਿਹਾ ਇਹਦੇ ਵਿੱਚ ਆਪਾਂ ਆਪਦਾ ਯੋਗਦਾਨ ਪਾਉਣ ਦੇ ਲਈ ਘਰਾਂ ਤੋਂ ਨਿਕਲੀਏ। ਜਿਹੜਾ ਆਪਾਂ ਕਹਿੰਦੇ ਆ ਕਿ ਅਜੇ ਹੁਣ ਤਾਂ ਸ਼ਾਂਤੀ ਆ ਜੀ, ਹੁਣ ਤਾਂ ਇਹ ਗੱਲਾਂ ਬਿਲਕੁਲ ਗਲਤ ਨੇ। ਲਗਾਤਾਰ ਕਤਲੇਆਮ ਜਿਹੜਾ ਹੈਗਾ ਉਹ ਨਵੇਂ ਤਰੀਕੇ ਨਾਲ ਸ਼ੁਰੂ ਕੀਤਾ ਗਿਆ। ਜੀ ਜੀ ਤੇ ਵੀਰ ਜੀ ਇਹ ਤਾਂ ਸਾਰੀਆਂ ਸੀਗੀਆਂ ਇਸ ਰਿਲੇਟਡ ਗੱਲਬਾਤ ਕੀਤੀ ਪਿੰਕੀ ਕੈਟ ਦੇ ਹਵਾਲੇ ਨਾਲ। ਹੁਣ ਅਸੀਂ ਬਾਪੂ ਸੂਰਤ ਸਿੰਘ ਖਾਲਸਾ ਜਿਹੜਾ ਸੰਘਰਸ਼ ਹੈ ਉਸ ਸੰਬੰਧੀ ਵੀ ਗੱਲਬਾਤ ਕਰਦੇ ਜਿਸ ਤਰ੍ਹਾਂ ਉਹਨਾਂ ਸੰਘਰਸ਼ ਹਜੇ ਵੀ ਜਾਰੀ। ਕਾਫੀ ਪਿਛਲੇ ਦਿਨਾਂ ਤੋਂ ਬਹੁਤ ਸਾਰੀਆਂ ਉਹਨਾਂ ਦੇ ਖਿਲਾਫ ਖਬਰਾਂ ਆ ਰਹੀਆਂ ਨੇ ਕਿਸ ਤਰ੍ਹਾਂ ਉਹਨੇ ਆਪਣਾ ਜਿਹੜਾ ਸੰਘਰਸ਼ ਹੈ ਜਾਂ ਆਪਣਾ ਬਰਤ ਤੋੜ ਦਿੱਤਾ ਹੈ। ਇਸ ਸੰਬੰਧੀ ਕਾਫੀ ਮੰਤਰੀ ਦੇ ਨਾਲ ਦਲਜੀਤ ਸਿੰਘ ਚੀਮਾ ਤੇ ਸੰਘਰਸ਼ ਕਮੇਟੀ ਦੀ ਇਹਨਾਂ ਦੀ ਮੀਟਿੰਗ ਵੀ ਹੋਈ ਹੈ। ਅਸੀਂ ਜਾਣਨਾ ਚਾਹਾਂਗੇ ਕਿ ਇਹ ਸੱਚੀ ਸੰਘਰਸ਼ ਤੋੜਿਆ ਗਿਆ ਕਿ ਜਾਂ ਫਿਰ ਉਹਨੂੰ ਇਸ ਤਰ੍ਹਾਂ ਸਾਬੋਤਾਜ ਕਰ ਰਹੀ ਹੈ ਹਜੇ ਭਾਰਤ ਦੀ ਸਰਕਾਰ ਜਾਂ ਪੰਜਾਬ ਸਰਕਾਰ। ਇਸ ਬਾਪੂ ਸੂਰਤ ਸਿੰਘ ਖਾਲਸਾ ਦੇ ਸਟੈਟਸ ਕੀ ਇਸ ਵੇਲੇ ਸਾਨੂੰ ਇਸ ਬਾਰੇ ਜਾਣਕਾਰੀ ਦਿਓ। ਮੈਂ ਬਾਪੂ ਸੂਰਤ ਸਿੰਘ ਦੇ ਸੰਘਰਸ਼ ਬਾਰੇ ਗੱਲ ਕਰਨ ਦੇ ਨਾਲ ਪਹਿਲਾਂ ਤਾਂ ਜਿਹੜਾ ਸਾਡਾ ਜਿੰਨਾ ਵੀ ਭਾਈਚਾਰਾ ਇੱਥੋਂ ਮੇਰੀ ਆਵਾਜ਼ ਨੂੰ ਸੁਣ ਰਿਹਾ ਆਪਣੇ ਚੈਨਲ ਦੇ ਰਾਹੀਂ ਇਹ ਗੱਲ ਇੱਕ ਕਹਿਣੀ ਚਾਹੁੰਦਾ ਹਾਂ ਕਿ ਜਦੋਂ ਕੋਈ ਬੰਦਾ ਸੰਘਰਸ਼ ਕਰਦਾ ਨਾ ਜੀ ਉਹਦੇ ਬਾਰੇ ਸਾਨੂੰ ਕੁਝ ਮਾਪਦੰਡ ਕੁਝ ਨੀਤੀ ਨਿਯਮ ਦਿਮਾਗ ਦੇ ਵਿੱਚ ਰੱਖਣ ਦੀ ਲੋੜ ਆ। ਚਾਨੂ ਸ਼ਰਮਿਲਾ ਨਾਂ ਦੀ ਬੀਬੀ ਮਨੀਪੁਰ ਤੋਂ ਆਪਦੀ ਭੁੱਖ ਹੜਤਾਲ ਤੇ ਬੈਠੀ ਆ ਔਰ ਸੰਨ 2000 ਦੀ ਉਹ ਗੱਲ ਆ 14-15 ਸਾਲ ਹੋ ਗਏ। ਬਿਲਕੁਲ ਉਹਨੂੰ ਹਰ 15-20 ਦਿਨਾਂ ਬਾਅਦ ਉਹ ਸਟੇਟ ਫੜਦੀ ਆ, ਫੋਰਸ ਫੀਡਿੰਗ ਕਰਦੀ ਆ, ਦਵਾਈਆਂ ਵਗੈਰਾ ਇਲਾਜ ਕਰਾ ਕੇ ਫਿਰ ਛੱਡ ਦਿੰਦੀ ਆ, ਫਿਰ ਫੜ ਲੈਂਦੇ ਆ। ਪਰ ਮਨੀਪੁਰ ਦੇ ਜਾਂ ਜਿਹੜੇ ਲੋਕਾਂ ਦੀ ਉਹ ਲੜ ਰਹੀ ਆ ਜਾਂ ਕਿਸੇ ਵੀ ਦੁਨੀਆ ਭਰ ਦੇ ਵਿੱਚ ਬੰਦੇ ਨੇ ਇਹ ਨਹੀਂ ਕਿਹਾ ਕਿ ਲਓ ਜੀ ਇਹ ਤਾਂ ਉੱਥੇ ਆਹ ਖਾਂਦੀ ਆ, ਇਹਨੂੰ ਤਾਂ ਉਹ ਦਿੰਦੇ ਆ, ਏਦਾਂ ਕਰਦੇ ਆ। ਕਿਉਂਕਿ ਉਹ ਕਹਿੰਦੇ ਨੇ ਜਿੱਦਣ ਇਹ ਆਪਦੀ ਮਰਜ਼ੀ ਨਾਲ ਆਪਦੇ ਹੱਥਾਂ ਨਾਲ ਖਾਣ ਲੱਗ ਜਾਏ ਉਸ ਤੋਂ ਬਾਅਦ ਵਿੱਚ ਜਿਹੜਾ ਹੈਗਾ ਇਹ ਮੰਨਿਆ ਜਾਊਗਾ ਕਿ ਇਹਨੇ ਸੰਘਰਸ਼ ਤਿਆਗ ਦਿੱਤਾ। ਸੋ ਬਾਪੂ ਸੂਰਤ ਸਿੰਘ ਨੇ ਜਿਹੜਾ ਪ੍ਰਣ ਕੀਤਾ ਕਿ ਮੈਂ ਇਹਨਾਂ ਸਿੰਘਾਂ ਲਈ ਜਿਹੜੀ ਰਿਹਾਈਆਂ ਲਈ ਜਿਹੜਾ ਗੁਰਬਖਸ਼ ਸਿੰਘ ਮੌਕੇ ਜਿਹੜਾ ਮੋਰਚਾ ਲੱਗਿਆ ਸੀ ਉਹਦੇ ਲਈ ਬੈਠਾ, ਉਹ ਆਪਦੇ ਮੋਰਚੇ ਤੇ ਡਟੇ ਹੋਏ ਨੇ। ਔਰ ਜਿਹੜਾ ਇਸ ਦੌਰਾਨ ਘਟਨਾਵਾਂ ਉੱਪਰ ਥੱਲੇ ਹੁੰਦੀਆਂ ਨੇਗੀਆਂ, ਸਰਕਾਰ ਚਾਹੁੰਦੀ ਆ ਕਿ ਸਾਰੇ ਦੇ ਸਾਰੇ ਸਿੱਖ ਜਿਹੜੇ ਨੇ ਉਹ ਇਸ ਮੋਰਚੇ ਤੋਂ ਪਰਾਂ ਹਟ ਜਾਣ, ਪਾਸੇ ਹਟ ਜਾਣ। ਉਹਨਾਂ ਅਸੀਂ ਦੀਏ ਦੀ ਕੁਛ ਨਾ ਕੁਛ ਲੋਕਾਂ ਨੂੰ ਸ਼ਾਂਤ ਕਰ ਦਈਏ ਜੀ। ਤੇ ਗੁਰਬਖਸ਼ ਸਿੰਘ ਵਾਲੇ ਮੋਰਚੇ ਮੌਕੇ ਵੀ ਆਪਾਂ ਦੇਖਿਆ ਬੜੀਆਂ ਪੁੱਠੀਆਂ ਸਿੱਧੀਆਂ ਗੱਲਾਂ ਉੱਡੀਆਂ ਸੀਗੀਆਂ। ਹਜ਼ਾਰਾਂ ਕਮੀਆਂ ਹਜ਼ਾਰਾਂ ਨੁਕਸਾਂ ਦੇ ਬਾਵਜੂਦ ਇੱਕ ਗੱਲ ਆਪਾਂ ਨੂੰ ਮੰਨਣੀ ਪਊਗੀ ਕਿ ਜਿਹੜੇ 3 ਸਿੰਘ ਬਡੈਲ ਜੇਲ੍ਹ ਦੇ ਵਿੱਚ 1995 ਤੋਂ ਬੰਦ ਸੀ ਜੀ, ਉਹਨਾਂ ਤਿੰਨਾਂ ਦੀ ਪੈਰੋਲ ਜਿਹੜੀ ਆ ਉਹ ਉਸ ਮੋਰਚੇ ਦੀ ਪ੍ਰਾਪਤੀ ਆ। ਹਾਂਜੀ, ਭਾਈ ਸ਼ਮਸ਼ੇਰ ਸਿੰਘ, ਭਾਈ ਗੁਰਮੀਤ ਸਿੰਘ ਜੀ ਤੇ ਭਾਈ ਲਖਵਿੰਦਰ ਸਿੰਘ। ਜਦੋਂ ਹੁਣ ਉਹ ਪੈਰੋਲ ਤੇ ਆਉਂਦੇ ਆ, ਮੈਂ ਉਹਨਾਂ ਨੂੰ ਸਾਰਿਆਂ ਨੂੰ ਮੇਲ ਜਿਹੜੇ ਅਸੀਂ ਰੱਖਦੇ ਆ, ਪਿਆਰ ਸਤਿਕਾਰ ਆ ਬਣੇ ਹੋਏ ਜੀ, ਉਹ ਸਾਰੇ ਗੁਰਬਖਸ਼ ਸਿੰਘ ਦਾ ਇਸ ਗੱਲ ਲਈ ਸਤਿਕਾਰ ਕਰਦੇ ਆ ਕਿ ਚਲੋ ਉਹਨੇ ਕਾਫੀ ਕਮਜ਼ੋਰੀ ਵੀ ਦਿਖਾਈ ਜਾਂ ਕੋਈ ਗੱਲਾਂ ਨੇ, ਪਰ ਇਵੇਂ ਹੀ ਬਾਪੂ ਸੂਰਤ ਸਿੰਘ ਵਾਲਾ ਮਸਲਾ ਸਾਨੂੰ ਸਾਰੀ ਕਮਿਊਨਿਟੀ ਨੂੰ ਚਾਹੀਦਾ ਕਿ ਇਹ ਪਿੱਛੇ ਖੜੀਏ ਔਰ ਜਿਹੜਾ ਇਹਦਾ ਸੰਘਰਸ਼ ਆ ਬਾਪੂ ਦਾ ਉਹਦਾ ਸਾਥ ਦਈਏ। ਤੇ ਜਿਹੜੀ ਵਿੱਚੋਂ ਪ੍ਰਾਪਤੀ ਆ ਉਹ ਤਾਂ ਸੰਘਰਸ਼ ਵਿੱਚ ਮੋਰਚਿਆਂ ਦੇ ਵਿੱਚ ਏਦਾਂ ਚੱਲਦਾ ਹੈਗਾ ਕਿ ਕਦੇ ਨਾ ਕਿਸੇ ਨਾ ਕਿਸੇ ਮੋੜ ਦੇ ਉੱਤੇ ਸਟੇਟ ਜਿਹੜੀ ਹੈਗੀ ਆ ਉਹ ਆਪਦੇ ਪੁੱਠੇ ਸਿੱਧੇ ਤਰੀਕਿਆਂ ਨਾਲ ਪੁੱਠੇ ਸਿੱਧੇ ਹੱਥ ਕੰਡੇ ਉਹਨਾਂ ਨੂੰ ਬੜੇ ਆਉਂਦੇ ਨੇਗੇ। ਜਿਵੇਂ ਹੁਣ ਐਤਕੀ ਉਹਨਾਂ ਨੇ ਇੱਕ ਵੀਡੀਓ ਵੀ ਵਾਇਰਲ ਕੀਤੀ ਆ ਔਰ ਉਹ ਹਸਪੀਟਲ ਦੇ ਵਿੱਚ ਉਹਨਾਂ ਨੇ ਉਹ ਪਹਿਲੋਂ ਬਣਵਾਈ, ਡਾਕਟਰਾਂ ਨੂੰ ਅਰਧ ਬੇਹੋਸ਼ੀ ਦੀ ਹਾਲਤ ਵਿੱਚ ਉਹਦੀ ਕਰਕੇ ਬਣਾ ਕੇ ਉਹ ਵੀਡੀਓ ਚੜਾਤੀ ਹੈ। ਸੋ ਇਸ ਤਰੀਕੇ ਨਾਲ ਹੁਣ ਜਿਵੇਂ ਬਾਪੂ ਸੂਰਤ ਸਿੰਘ ਬੈਠਾ ਤੇ ਜਦੋਂ ਕੋਈ ਚੰਗੀ ਘਟਨਾ ਵਾਪਰਦੀ ਉਦੋਂ ਸਾਡੀ ਕੌਮ ਜਿਹੜੀ ਕਹਿਣ ਲੱਗ ਜਾਂਦੇ ਆ ਲਓ ਜੀ ਇਹਦਾ ਬਾਪੂ ਜੀ ਦੇ ਕਰਕੇ ਹੋਇਆ। ਜਿਵੇਂ ਭਾਈ ਬਰਿਆਮ ਸਿੰਘ ਦੀ ਰਿਹਾਈ ਦੀ ਗੱਲ ਆਈ ਆ, ਪਰ ਇਹ ਆਪਾਂ ਨੂੰ ਮੰਨਣਾ ਚਾਹੀਦਾ ਕਿ ਸਟੇਟ ਦੀ ਸਿੱਧੀ ਜਿਹੀ ਨੀਤੀ ਆ ਕਿ ਬਾਪੂ ਸੂਰਤ ਸਿੰਘ ਨਾਲੋਂ ਸਿੱਖਾਂ ਨੂੰ ਤੋੜਨਾ ਜੀ ਤੇ ਦੇਣਾ ਵੀ ਇਹਨਾਂ ਨੂੰ ਕੁਛ ਨਹੀਂ। ਸੋ ਉਹਨਾਂ ਗੱਲਾਂ ਦੇ ਉੱਤੇ ਸਾਨੂੰ ਪੂਰੇ ਧਿਆਨ ਦੇ ਕੇ ਕੰਮ ਕਰਨ ਦੀ ਲੋੜ ਜੀ ਜੀ ਜੀ। ਜਿਸ ਤਰ੍ਹਾਂ ਵੀਰ ਤੁਸੀਂ ਮੈਂਸ਼ਨ ਕੀਤਾ ਸਿੱਖ ਪੋਲੀਟੀਕਲ ਪ੍ਰਿਜ਼ਨਰ ਭਾਈ ਬਰਿਆਮ ਸਿੰਘ ਦੀ ਗੱਲ ਕੀਤੀ ਹੈ, ਇਸ ਬਾਰੇ ਮੈਂ ਤੁਹਾਡੇ ਕੋਲ ਜਾਣਕਾਰੀ ਲੈਣਾ ਚਾਹਾਂਗੀ ਬਿਕੋਜ਼ ਸੋਸ਼ਲ ਮੀਡੀਆ ਦੇ ਵਿੱਚ ਇਸ ਬਾਰੇ ਕਾਫੀ ਸਾਰੀ ਖਬਰਾਂ ਆ ਰਹੀ। ਕੋਈ ਕਹਿ ਰਿਹਾ ਕਿ ਇਹਨਾਂ ਦੀ ਪ੍ਰੀਮੈਚੁਰ ਰਿਲੀਜ਼ ਹੋ ਗਈ ਹੈ, ਕੋਈ ਕਹਿੰਦਾ ਕਿ ਇਹਨਾਂ ਦੀ ਸਿਰਫ ਪੈਰੋਲ ਹੋਈ ਹੈ। ਇਹ ਐਕਚੁਅਲੀ ਕੇਸ ਕੀ ਹੈ, ਇਸ ਦੇ ਵਿੱਚ ਕੀ ਸੱਚਾਈ ਹੈ, ਸਾਨੂੰ ਇਸ ਬਾਰੇ ਜਾਣਕਾਰੀ ਦਿਓ ਕਿ ਸੱਚਮੁੱਚ ਬਾਹਰ ਆ ਗਏ ਨੇ ਜੇਲ੍ਹ ਦੇ ਵਿੱਚ ਕਿ ਸਿਰਫ ਇਕੱਲੀ ਪੈਰੋਲ ਹੋਈ ਹੈ ਜਾਂ ਨਹੀਂ? ਦੇਖੋ ਇਹ ਜਿਹੜੀ ਭਾਈ ਬਰਿਆਮ ਸਿੰਘ ਵਾਲੀ ਨਾ ਕਹਾਣੀ ਆ ਉਹਦੇ ਮਤਲਬ ਸਾਡੇ ਮੈਂ ਨਾਭੇ ਜੇਲ੍ਹ ਰਿਹਾ, ਉੱਥੇ ਸਾਡੇ ਨਾਲ ਇਹਦਾ ਭਾਣਜਾ ਭਾਈ ਮੇਜਰ ਸਿੰਘ ਹੁੰਦਾ ਸੀ। ਇਹ ਯੂਪੀ ਦੇ ਵਿੱਚ ਇੱਥੋਂ ਜਾ ਕੇ ਵਸਿਆ ਪਰਿਵਾਰ ਆ। ਉੱਥੇ ਕੋਈ ਮਿਲੀਟੈਂਸੀ ਦੀ ਵਾਰਦਾਤ ਹੋਈ ਜਿਹਦੇ ਵਿੱਚ ਇਹਨਾਂ ਤਿੰਨਾਂ ਨੂੰ ਬੇਦੋਸ਼ਾਂ ਨੂੰ ਇਹਨਾਂ ਦਾ ਪਤਾ ਹੀ ਨਹੀਂ ਜਿਹੜਾ ਬੰਦਾ ਮਰਿਆ। ਔਰ ਉਹ ਨਿੱਕੀ ਉਮਰ ਦੇ ਵਿੱਚ ਮੇਜਰ ਸਿੰਘ ਉਦੋਂ ਬਹੁਤ 14-15 ਸਾਲ ਦਾ ਸੀ, 8ਵੀਂ-9ਵੀਂ 'ਚ ਪੜ੍ਹਦਾ ਸੀ ਜਦੋਂ ਉਹ ਤੇ ਕੇਸ ਬਣਿਆ। ਔਰ ਉਹਦਾ ਇਹ ਮਾਮਾ ਭਾਈ ਬਰਿਆਮ ਸਿੰਘ ਤੇ ਇੱਕ ਭਾਈ ਮੇਜਰ ਸਿੰਘ ਦਾ ਦਾਦਾ ਵਸਣ ਸਿੰਘ ਤਾਂ 1997 ਦੇ ਵਿੱਚ ਹੀ ਜੇਲ੍ਹ ਦੇ ਵਿੱਚ ਹੀ ਉੱਥੇ ਪੀਲੀਭੀਤ ਦੇ ਵਿੱਚ ਹੀ ਚੜ੍ਹਾਈ ਕਰ ਗਿਆ। ਤੇ ਬਰਿਆਮ ਸਿੰਘ
ਜਿਹੜਾ ਹੈਗਾ ਜਿਹੜਾ ਹੁਣ ਜਿਹਦੀ ਰਿਲੀਜ਼ ਹੋਈ ਆ ਉਹ ਹੈ ਤੇ ਮੇਜਰ ਜਿਹੜਾ ਸੀਗਾ ਉਹਦੀ ਪ੍ਰੀ ਮੈਚੁਰ ਰਿਲੀਜ਼ ਜਿਹੜੀ ਆ ਉਹ ਹੋ ਚੁੱਕੀ ਹੈ ਇਸ ਤੋਂ ਪਹਿਲਾਂ ਪਿਛਲੇ ਸਾਲ। ਹਾਂਜੀ, ਹੁਣ ਗੱਲ ਇਹ ਹੈਗੀ ਆ ਕਿ ਹੋਇਆ ਕੀ ਹੈ ਜੀ। ਜਿਹੜਾ ਪਿਛਲੀ ਜਦੋਂ ਗੱਲ ਆਈ ਆ ਕਿ ਰਿਲੀਜ਼ ਕਰੋ ਤਾਂ ਉਦੋਂ ਇਹ ਗੱਲ ਕਾਨੂੰਨੀ ਨੁਕਤਾ ਉਠਾਇਆ ਗਿਆ ਸੀ ਕਿ ਇੰਨੇ ਜਿਹੜੇ ਕਿਸੇ ਬੰਦੇ ਦਾ ਪ੍ਰੀ ਮੈਚੁਰ ਰਿਲੀਜ਼ ਦਾ ਕੇਸ ਉਦੋਂ ਐਕਸੈਪਟ ਕੀਤਾ ਜਾਂਦਾ ਹੈ ਜਦੋਂ ਉਹਦੀਆਂ ਕੁਝ ਪੈਰੋਲਸ ਕੱਟੀਆਂ ਹੋਣ। ਜੀ ਜੀ, ਪੈਰੋਲ ਪਹਿਲੋਂ ਮਤਲਬ ਉਹਦੀ ਕੁਝ ਸ਼ਾਂਤੀਪੂਰਨ ਤਰੀਕੇ ਨਾਲ ਉਹਦੀ ਕੱਟੀ ਹੋਈ ਆ ਜੀ, ਇਹ ਲੀਗਲ ਲੋੜ ਆ। ਬੇਸ਼ੱਕ ਦੀ ਆਪਾਂ ਨੂੰ ਪਤਾ ਕਿ ਟਾਡਾ ਦਾ ਇਹ ਝੂਠਾ ਕੇਸ ਪਾ ਕੇ ਵਰਿਆਮ ਸਿੰਘ ਨੂੰ ਅੰਦਰ ਧੱਕਿਆ ਗਿਆ ਸੀ। ਹਾਂਜੀ, ਪਰ ਹੁਣ ਜਿਹੜੀ ਉਹਦੀ ਲੀਗਲ ਲੋੜ ਆ ਮੇਰੇ ਖਿਆਲ ਚ ਉਹਦੇ ਲਈ ਇਹ ਅਸਲ ਵਿੱਚ ਤੁਹਾਨੂੰ ਸਾਰਿਆਂ ਨੂੰ ਪਤਾ ਹੋਣਾ ਚਾਹੀਦਾ ਕਿ ਉਹਦੀ ਪੱਕੀ ਰਿਹਾਈ ਕੋਈ ਨਹੀਂ ਹੈਗੀ। ਉਹ ਜੇਲ੍ਹ ਸੁਪਰਡੈਂਟ ਦੀ ਸਟੇਟਮੈਂਟ ਆ ਚੁੱਕੀ ਆ। 1 ਮਹੀਨੇ ਲਈ ਉਹ ਇੱਕ ਉਹਨਾਂ ਨੇ ਆਧਾਰ ਬਣਾਇਆ ਕਿ ਜੀ ਉਹਨੇ ਮਕਾਨ ਦੀ ਉਸਾਰੀ ਕਰਨੀ ਆ ਜਾਂ ਉਹਦੀਆਂ ਕੁਝ ਘਰੇਲੂ ਲੋੜਾਂ ਨੇਗੀਆਂ ਭਾਈ ਵਰਿਆਮ ਸਿੰਘ ਦੀਆਂ ਜੀ, ਤੇ ਉਸ ਦੇ ਆਧਾਰ ਦੇ ਉੱਤੇ ਉਹਨੂੰ 1 ਮਹੀਨੇ ਦੀ ਪੈਰੋਲ ਮਿਲੀ ਆ। ਇਹ ਗੱਲ ਬੜੇ ਬੁਰੇ ਤਰੀਕੇ ਨਾਲ ਪਹਿਲੇ ਦਿਨ ਉਡਾਈ ਗਈ ਜੀ। ਉਹੀ ਗੱਲ ਫੇਰ ਆ ਜਾਂਦੀ ਆ ਵੀ ਜਿਹੜਾ ਹੈਗਾ ਲੋਕਾਂ ਨੂੰ ਗੁੰਮਰਾਹ ਕਰਨਾ, ਮਿਸਗਾਈਡ ਕਰਨਾ। ਉਹ ਸਰਕਾਰ ਦੀਆਂ ਜਿਹੜੀਆਂ ਏਜੰਸੀਆਂ ਨੇ ਉਹਨਾਂ ਨੇ ਕੀਤਾ ਕਿ ਲਓ ਜੀ ਬੰਦਾ ਤੁਹਾਡਾ ਛੱਡਦਾ ਤੇ ਹੁਣ ਬਾਪੂ ਸੂਰ ਸਿੰਘ ਨੂੰ ਕਹੋ ਕਿ ਘਰੇ ਜਾ ਕੇ ਆਰਾਮ ਨਾਲ ਪਵੇ। ਇਹ ਜੀ ਕੋਈ ਗੱਲ ਨਹੀਂ, ਉਹਨੂੰ 1 ਮਹੀਨੇ ਲਈ ਇਹਨਾਂ ਨੇ ਰਿਲੀਜ਼ ਕੀਤਾ, ਪੈਰੋਲ ਕੀਤੀ ਆ। ਸਾਨੂੰ ਸਾਰਿਆਂ ਨੂੰ ਚਾਹੀਦਾ ਕਿ ਇਸ ਮੁੱਦੇ ਦੇ ਉੱਤੇ ਜਿਹੜਾ ਹੈਗਾ ਹੋਰ ਮਿਹਨਤ ਕਰੀਏ ਤੇ ਉਹਦੀ 2, 4, 5, 6 ਰਿਲੀਜ਼ ਜਦੋਂ ਹੋ ਜਾਣ ਤਾਂ ਕਹਿਣ ਜੋਗੇ ਹੋਈਏ ਕਿ ਹੁਣ ਉਹਨੇ ਬਿਲਕੁਲ ਤਰੀਕੇ ਨਾਲ ਆਪਣੀਆਂ ਰਿਲੀਜ਼ ਜਿਹੜੀ ਕੀਤੀ ਆ ਜਾਂ ਇਹਨੂੰ ਐਕਸਟੈਂਡ ਕਰਾਈਏ ਕਿ ਅੱਗੇ ਵਧਾਉਂਦੇ ਜਾਓ ਜੀ। ਤੇ ਇਹ ਜਾਣ ਕੇ ਗੱਲ ਆਪਾਂ ਨੂੰ ਪਤਾ ਹੋਣੀ ਚਾਹੀਦੀ ਆ ਕਿ ਪੱਕੀ ਰਿਹਾਈ ਅਜੇ ਨਹੀਂ ਹੋਈ, ਅਜੇ ਸਿਰਫ ਉਹਨਾਂ ਨੂੰ ਪੈਰੋਲ ਜਿਹੜੀ ਆ ਉਹ ਜਿਹੜੀ ਜਨਰਲ ਪੈਰੋਲ ਜਿਵੇਂ ਮਿਲਦੀ ਹੁੰਦੀ ਆ ਉਹ ਮਿਲੀ ਆ। ਔਰ ਉਹ ਵੀ 25 ਸਾਲ ਬਾਅਦ। ਇਸ 25 ਸਾਲ ਦੇ ਸਮੇਂ 'ਚ ਉਹ 1 ਦਿਨ ਲਈ ਵੀ ਉਹਨਾਂ ਨੂੰ ਕਦੇ ਬਾਹਰ ਨਹੀਂ ਕੱਢਿਆ ਗਿਆ ਔਰ ਬਿਲਕੁਲ ਬੇਦੋਸ਼ਾ ਬੰਦਾ। ਉਹ ਸਾਰੀ ਕੇਸ ਹਿਸਟਰੀ ਸਾਨੂੰ ਪਤਾ, ਕਦੇ ਉਹਦੇ ਬਾਰੇ ਵੱਖਰਾ ਪ੍ਰੋਗਰਾਮ ਕਰਾਂਗੇ ਕਿਵੇਂ ਉਸ ਵਾਰਦਾਤ ਦੇ ਵਿੱਚ ਇਹਨਾਂ ਸਾਰੇ ਸ਼ਰੀਫ ਲੋਕਾਂ ਨੂੰ ਜਿਹੜੇ ਵਿਚਾਰੇ ਆਪਦੀ ਕਿਰਤ ਕਰਕੇ ਰੋਟੀ ਖਾਂਦੇ ਸੀ ਕਿਵੇਂ ਫਸਾਇਆ ਗਿਆ। 14-15 ਸਾਲ ਦੀ ਉਮਰ ਦੇ ਵਿੱਚ ਮੇਜਰ ਸਿੰਘ ਅੰਦਰ ਚਲਾ ਗਿਆ ਔਰ ਨਾਭੇ ਜੇਲ੍ਹ ਦੇ ਵਿੱਚ ਉਹ ਬਿਲਕੁਲ ਵਿਚਾਰਾ ਐਨ ਬੱਚਿਆਂ ਵਾਂਗੂ ਵੀ ਉਹਦੀ ਉਮਰ ਵੱਡੀ ਹੋ ਗਈ ਬੇਸ਼ੱਕ ਦੀ, ਪਰ ਉਹਦੀ ਜਿਹੜੀ ਬੁੱਧੀ ਸੀਗੀ ਉਵੇਂ ਦੀ ਹੋਈ ਰਹੀ। ਤੋ ਇਹ ਜਿਹੜਾ ਇੱਕ ਕੇਸ ਆ, ਇਹ ਯੂਨੀਕ ਕੇਸ ਆ, ਇਹਨੂੰ ਬੜੇ ਵੱਡੇ ਪੱਧਰ ਦੇ ਉੱਤੇ ਦੁਨੀਆ ਦੇ ਸਾਹਮਣੇ ਵੀ ਲਿਆਉਣ ਦੀ ਲੋੜ ਆ ਕਿ ਏਦਾਂ ਦੀ ਧੱਕੇਸ਼ਾਹੀ ਇੱਥੇ ਹੁੰਦੀ ਰਹੀ ਹੈ। ਬਿਲਕੁਲ ਬਿਲਕੁਲ, ਮੈਂ ਵੀਰ ਜੀ ਸੇ ਗੱਲ ਕੀਤੀ ਕਿ ਇਸ ਤੇ ਅਸੀਂ ਇੱਕ ਸਪੈਸ਼ਲ ਪ੍ਰੋਗਰਾਮ ਕਰਾਂਗੇ। ਅਸੀਂ ਚਾਹਾਂਗੇ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਜਿਹੜਾ ਇਹ ਯੂਨੀਕ ਕੇਸ ਇਸ ਦੇ ਉੱਪਰ ਤੁਹਾਡੇ ਨਾਲ ਇਹ ਸਪੈਸ਼ਲ ਪ੍ਰੋਗਰਾਮ ਇਸ ਦੇ ਉੱਪਰ ਕਰੀਏ। ਇਹਨਾਂ ਦੀ ਸ਼ਖਸੀਅਤ ਬਾਰੇ, ਇਹਨਾਂ ਦੀ ਬੈਕਗਰਾਊਂਡ ਬਾਰੇ, ਇਹਨਾਂ ਦੇ ਸਟਰਗਲ ਬਾਰੇ, ਇਹਨਾਂ 25 ਸਾਲਾਂ ਦੇ ਵਿੱਚ ਜਿਹੜਾ ਸਟਰਗਲ ਹੋਇਆ ਉਸ ਬਾਰੇ ਤੁਹਾਡੇ ਨਾਲ ਗੱਲਬਾਤ ਕਰੀਏ। ਸੋ ਥੈਂਕ ਯੂ ਸੋ ਮਚ ਕਿ ਜਿਹੜੇ ਬਾਕੀ ਰੀਸੈਂਟ ਮੁੱਦੇ ਸੀ ਤੁਸੀਂ ਉਹਨਾਂ ਦੇ ਉੱਪਰ ਆਪਣੇ ਵਿਚਾਰ ਸਾਡੇ ਨਾਲ ਜਾਣਕਾਰੀ ਸਾਡੇ ਨਾਲ ਸਾਂਝੀ ਕੀਤੀ। ਹੁਣ ਅਸੀਂ ਤੁਹਾਡੇ ਕੋਲ ਇਜਾਜ਼ਤ ਲੈਂਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ।